ਉਹ ਖੇਤ ਤੇ ਤੁਹਾਡੇ ਤੋਂ ਕੰਮ ਨਹੀਂ ਹੁੰਦਾ। ਉੱਦਾਂ ਜੱਟ ਤਾਂ ਟਰੈਕਟਰ ਤੇ ਗੂਚੀ ਅਰਮਾਨੀ ਪਾ ਕੇ, ਇਹ ਗਾਣੇ 'ਚ ਹੀ ਰਹਿ ਗਿਆ ਹੈ। ਅਸੀਂ ਹੁਣ ਉਹ ਵੀਡੀਓ ਵਾਲੇ ਪੰਜਾਬੀ ਰਹਿ ਗਏ ਹਾਂ। ਆਈ ਐਮ ਸੌਰੀ, ਸਾਡੀ ਉਹ ਪੰਜਾਬੀਆਂ ਵਾਲੀ ਔਕਾਤ ਤੇ ਸਵੈਗ ਨਹੀਂ ਰਹਿ ਗਿਆ। ਯਾਰ ਸਰਕਾਰ ਸਾਨੂੰ ਇਮਦਾਦ ਨਹੀਂ ਦਿੰਦੀ, ਇਸ ਕਰਕੇ ਨਾ ਸਾਡੇ ਅੰਬ ਨਹੀਂ ਹੋਏ। ਉਹ ਵੀ ਲਾਉਣੇ ਤਾਂ ਤੁਸੀਂ ਐ ਉਹ ਦਰਖਤ। ਉਦੋਂ ਤੁਸੀਂ ਵੀਜ਼ਾ ਲੈਣ ਭੱਜ ਜਾਂਦੇ ਹੋ ਵੀ ਜੀ ਫਲਾਣਾ ਕੈਨੇਡਾ ਅਮਰੀਕਾ। ਆਈ ਐਮ ਸੌਰੀ, ਜਿੰਨੇ ਵੀ ਭੱਜੇ ਜਾ ਰਹੇ ਨੇ ਨਾ ਕਿ ਉਹ ਨਹੀਂ ਵਸਦਾ ਰਹੇ ਪੰਜਾਬ। ਦਿਸ ਪੰਜਾਬ ਇਜ਼ ਗੋਇੰਗ ਟੂ ਬੀ ਦੀ ਓਲਡੈਸਟ ਸਟੇਟ। ਹੋਰ ਅਗਲੇ 2-4-5 ਸਾਲਾਂ ਨੂੰ ਉਰੇ 50 ਤੋਂ ਉੱਤੇ ਦੇ ਸਿਟੀਜ਼ਨ ਰਹਿ ਜਾਣਗੇ ਜਾਂ ਦੂਜੀਆਂ ਸਟੇਟਾਂ ਦੇ ਆ ਜਾਣਗੇ। ਵਾਪਸ ਆਓ ਉਰੇ, ਕੁਛ ਕਰੋ, ਚੰਨ ਚੜਾਓ, ਇਹ ਪੰਜਾਬ ਹੈ। ਉੱਦਾਂ ਗਾਣੇ ਤਾਂ ਬੜਾ ਅਸੀਂ ਭੰਗੜੇ ਪਾਉਣੇ, ਉਹ ਵਸਦਾ ਰਹੇ ਸਾਡਾ ਪੰਜਾਬ। ਧੱਕੇ ਅਸੀਂ ਬਾਹਰ ਖਾ ਰਹੇ ਹਾਂ। ਪੰਜਾਬ 'ਚ ਤੁਸੀਂ ਹੱਥ ਨਹੀਂ ਚੱਕਦੇ। ਵਿਚਾਰੀ ਬਜ਼ੁਰਗ ਮਾਂ ਬੈਠੀ ਦਾ, ਮਾਤਾ ਪਾਣੀ ਲਿਆ ਦੇ। ਸਰਕਾਰ ਕਹਿੰਦੀ ਹੈ, ਉਹ ਕਹਿੰਦੇ ਨੇ ਸਰਕਾਰ ਹੈ। ਮੈਂ ਕਹਿਣਾ ਚਾਹੁੰਦਾ ਦੋਨੇ ਰਿਸਪੋਂਸਿਬਲ ਨੇ। ਇੱਕ ਆਲੂ ਨਹੀਂ ਤੁਸੀਂ ਐਕਸਪੋਰਟ ਕਰ ਸਕਦੇ ਕਿਉਂਕਿ ਉਹਦੇ ਵਿੱਚ ਇੰਨਾ ਪੈਸਟੀਸਾਈਡ ਹੈ। ਕਾਹਦਾ ਬਾਣ ਹੈ ਤੁਹਾਨੂੰ ਯਾਰ। ਔਰ ਜੇ ਸੋਚਦੇ ਨੇ ਮੈਂ ਸਿਰਫ ਗੱਲਾਂ ਕਰ ਰਿਹਾ, ਪਲੀਜ਼ ਮੈਨੂੰ ਮਿਲੋ, ਲੈਟਸ ਵਰਕ ਟੂਗੇਦਰ। ਪੰਜਾਬ ਬਹੁਤ ਖੁਸ਼ਹਾਲ ਸੀਗਾ, ਰਹੇਗਾ, ਬਟ ਉਹਦੇ ਵਾਸਤੇ ਉਰੇ ਰਹਿਣਾ ਪੈਣਾ ਤੁਹਾਨੂੰ ਸਾਰਿਆਂ ਨੂੰ। ਵਾਇਸ ਆਫ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ। 90 ਦੇ ਦਸ਼ਕ ਦੇ ਵਿੱਚ ਜਦੋਂ ਨਿੱਜੀ ਪੰਜਾਬੀ ਚੈਨਲਾਂ ਦਾ ਦੌਰ ਆਇਆ ਤਾਂ ਉਦੋਂ ਐਂਕਰ ਲੱਭਣਾ ਇੱਕ ਬਹੁਤ ਵੱਡੀ ਮੁਸ਼ਕਿਲ ਸੀ। ਪਰ ਉਸ ਵੇਲੇ ਇੱਕ ਐਂਕਰ ਸਾਹਮਣੇ ਆਏ ਜਿਹੜੇ ਅੱਜ ਤੱਕ ਲੋਕਾਂ ਦੇ ਦਿਲਾਂ 'ਚ ਛਾਏ ਨੇ। ਸਾਡੇ ਨਾਲ ਨੇ ਜੋ ਬਾਟ, ਅਸੀਂ ਇਹਨਾਂ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਭਾਜੀ ਸਤਿ ਸ੍ਰੀ ਅਕਾਲ, ਵੈਲਕਮ। ਤੇ ਕਿਸ ਤਰ੍ਹਾਂ ਤੁਹਾਡਾ ਉਸ ਚੈਨਲ ਦੇ ਵਿੱਚ ਸ਼ੁਰੂਆਤ? ਵੌਇਸ ਆਫ ਪੰਜਾਬ ਦੇਖਦੇ ਸਾਰੇ ਦਰਸ਼ਕਾਂ ਨੂੰ ਨਿੱਘੀ ਜੀ ਆਨ ਹੋਏ ਜੀ। ਰੱਬ ਦੀ ਮਿਹਰ ਇਹਨੂੰ ਕਹੋ ਜੀ। ਜ਼ਿੰਦਗੀ 'ਚ ਡਰੀਮ ਸੀਗੀ ਕਿ ਮੈਂ ਐਂਟਰਟੇਨਮੈਂਟ ਦੇਣੀ ਹੈ ਲੋਕਾਂ ਨੂੰ। ਬਿਕਾਜ਼ ਬੀਇੰਗ ਅ ਪੰਜਾਬੀ ਇੱਕ ਨਾ ਤੁਹਾਡਾ ਇੱਕ ਸਵੈਗ ਹੈ, ਇੱਕ ਕੈਰੈਕਟਰ ਹੈ, ਔਰ ਉਹ ਸਾਰੀ ਦੁਨੀਆ ਦੇਖਦੀ ਹੈ ਅਤੇ ਉਹਨੂੰ ਸ਼ੋਕੇਸ ਕਰਨ ਵਾਸਤੇ ਐਸਾ ਕੋਈ ਜ਼ਰੀਆ ਨਹੀਂ ਸੀਗਾ। ਲੇਕਿਨ ਹਾਂ, ਡਿਜੀਟਲ ਚੈਨਲ ਆ ਗਏ ਸੀਗੇ ਅਤੇ ਉਦੋਂ ਇੱਕ ਦੌਰ ਸ਼ੁਰੂ ਹੋਇਆ ਕਿ ਇੱਕ ਚੈਨਲ ਸ਼ੁਰੂ ਹੋਇਆ ਜਿਸ ਦਾ ਨਾਮ ਸੀਗਾ ਪੰਜਾਬੀ ਵਰਲਡ ਚੈਨਲ। ਉਹ ਵਰਲਡ ਦਾ ਪਹਿਲਾ 24 ਆਵਰ ਪੰਜਾਬੀ ਟੀਵੀ ਚੈਨਲ ਰਿਹਾ ਅਤੇ ਉੱਥੇ ਕੰਮ ਕਰਨ ਦਾ ਮੌਕਾ ਮਿਲਿਆ। ਅਤੇ ਉਸ ਤੋਂ ਬਾਅਦ ਰੈਸਟ ਇਜ਼ ਹਿਸਟਰੀ। ਮਤਲਬ ਥੈਂਕ ਗੋਡ ਉਦੋਂ ਇਹ ਸੋਚਦੇ ਹੁੰਦੇ ਸੀ ਸ਼ੁਕਰ ਹੈ ਪੰਜਾਬੀ ਚੈਨਲ ਸ਼ੁਰੂ ਹੋਏ। ਜੇ ਗੱਲ ਕੀਤੀ ਜਾਵੇ, ਤੁਸੀਂ ਜੋ ਬਾਟ ਦੇ ਨਾਂ ਨਾਲ ਮਸ਼ਹੂਰ ਹੋ। ਅੱਜ ਤੱਕ ਵੀ ਪਤਾ ਨਹੀਂ ਲੱਗ ਸੇ ਜੋ ਬਾਟ ਐਕਚੁਅਲ ਦਾ ਨਾਮ ਕੀ ਹੈ, ਕਿਉਂਕਿ ਸਿੱਖ ਫੈਮਲੀਆਂ ਦੇ ਜੇ ਗੱਲ ਕੀਤੀ ਜੇ ਨਾਮ ਸਿੰਘ ਹੁੰਦੇ ਨੇ। ਜੋ ਬਾਟ ਦਾ ਅਸਲੀ ਨਾਮ? ਓਕੇ, ਹਾਂ, ਸਿੱਖ ਫੈਮਲੀਜ਼ ਦੇ ਭੁਚੰਗੀਆਂ ਦਾ ਨਾਂ ਵੈਸੇ ਹੁੰਦਾ ਹੈ। ਪਰ ਮੈਨੂੰ ਇਹ ਦੱਸੋ ਵੀ ਪਟਿਆਲੇ ਦੇ ਵਿੱਚ ਇਹ ਪੀਟਰ ਅਤੇ ਚਾਰਲੀ, ਇਹ ਜਿਹੜੇ ਨਾਂ ਨੇ, ਰੋਜਰ, ਇਹ ਵੀ ਤਾਂ ਸਿੱਖ ਫੈਮਲੀਆਂ ਦੇ ਬੱਚਿਆਂ ਦੇ ਨੇ। ਬਟ ਜੇ ਤੁਸੀਂ ਮੈਨੂੰ ਬਹੁਤ ਸਾਰੇ ਪੈਸੇ ਦਿਓ ਮੈਂ ਤੁਹਾਨੂੰ ਆਪਣਾ ਅਸਲੀ ਨਾਂ ਦੱਸਾਂ। ਨਹੀਂ, ਮੇਰਾ ਨਾਂ ਜੋ ਬਾਟ ਤਾਂ ਵੈਸੇ ਮੇਰੇ ਟੀਚਰਸ ਨੇ ਪਾਇਆ ਜਦੋਂ ਮੈਂ ਆਸਟ੍ਰੇਲੀਆ ਗਿਆ ਸੀਗਾ। ਅਤੇ ਅਮਰਜੋਤ ਸਿੰਘ ਬਾਟ ਇਹ ਮੇਰਾ ਅਸਲੀ ਨਾਂ ਹੈ ਜੀ। ਬਟ ਜਿਹੜੇ ਸਾਡੇ ਉੱਥੇ ਦੇ ਟੀਚਰ ਸੀਗੇ ਆਸਟ੍ਰੇਲੀਆ ਦੇ ਵਿੱਚ, ਮੈਂ ਆਟੋਮੋਬਾਈਲ ਇੰਜੀਨੀਅਰਿੰਗ ਕਰਨ ਗਿਆ ਸੀਗਾ, ਅਤੇ ਉਹਨਾਂ ਨੂੰ ਅਮਰਜੋਤ ਬੋਲਣਾ ਬਹੁਤ ਔਖਾ ਲੱਗਦਾ ਸੀ। ਅਤੇ ਐਮ ਐ ਜੋ ਰਾਰਾ ਤਾਂ ਹੈ ਨਹੀਂ ਨਾ ਅੰਗਰੇਜ਼ੀ ਦੇ ਵਿੱਚ, ਉਹ ਜੇ ਅਮਰ ਨਹੀਂ ਆਉਂਦਾ ਨਾ ਉਹਨਾਂ ਨੂੰ। ਅਤੇ ਉਹ ਇਸ ਕਰਕੇ ਉਹ ਐਮ ਐ ਜੋ ਕਹਿੰਦੇ ਦਫਾ ਕਰ ਯਾਰ, ਤੈਨੂੰ ਅਸੀਂ ਜੋ ਹੀ ਸਾਧਦੇ ਹਾਂ। ਉਹ ਫਿਰ ਉਹ ਜੋ ਪੱਕਾ ਪੈ ਗਿਆ। ਵੈਸੇ ਸਾਧ ਸੰਗਤ ਜੀ, ਮੇਰਾ ਨਾਂ ਅਮਰਜੋਤ ਸਿੰਘ ਬਾਟ ਹੈ ਜੀ। ਬਾਟ ਸਾਹਿਬ, ਜੇ ਗੱਲ ਕੀਤੀ ਜਾਵੇ, ਤੁਸੀਂ ਜੇ ਐਂਕਰ ਨਾ ਹੁੰਦੇ ਤਾਂ ਕੀ ਹੁੰਦੇ? ਕਿਸ ਤਰ੍ਹਾਂ ਤੁਸੀਂ ਇਹ ਸਫ਼ਰ ਤੈਅ ਕੀਤਾ? ਜੇ ਮੈਂ ਐਂਕਰ ਨਾ ਹੁੰਦਾ ਤਾਂ ਸ਼ਾਇਦ ਮੇਰਾ ਕੋਈ ਸਰਵਿਸ ਸਟੇਸ਼ਨ ਹੁੰਦਾ ਜਾਂ ਫਿਰ ਨਹੀਂ। ਬਟ ਓਨੈਸਟਲੀ ਦੱਸਾਂ, ਇਸ ਸਵਾਲ ਦੇ ਵਿੱਚ ਮੈਂ ਸੋਚਦਾ ਜੇ ਮੈਂ ਐਂਕਰ ਨਾ ਹੁੰਦਾ, ਮਤਲਬ ਮੈਂ ਕਿਉਂ ਨਾ ਹੁੰਦਾ ਐਂਕਰ। ਕਹਿਣ ਦਾ ਮਤਲਬ ਇਹ ਹੈ ਵੀ ਆਈ ਜਸਟ ਲਵ ਟੂ ਐਂਟਰਟੇਨ। ਕਹਿੰਦੇ ਨੇ ਨਾ ਕਿ ਪੜ੍ਹੋ ਫਾਰਸੀ ਵੇਚੋ ਤੇਲ। ਆਪਣਾ ਵੀ ਉਹੀ ਕੁਛ ਹਿਸਾਬ ਸੀਗਾ। ਮੈਂ ਆਪਣੀ ਆਟੋਮੋਬਾਈਲ ਇੰਜੀਨੀਅਰਿੰਗ ਕਰਕੇ ਵਾਪਸ ਆਇਆ 94 ਦੇ ਵਿੱਚ। ਅਤੇ ਜਦੋਂ ਆਇਆ ਉਦੋਂ ਮਾਡਲਿੰਗ ਦਾ ਇੱਕ ਦੌਰ ਜਿਹਾ ਸ਼ੁਰੂ ਹੋਇਆ ਸੀਗਾ। ਹਰ ਪਾਸੇ ਫੈਸ਼ਨ ਮਾਡਲਸ, ਫੈਸ਼ਨ ਸ਼ੋਜ਼। ਅਤੇ ਠੀਕ ਠਾਕ ਉਦੋਂ ਰੱਬ ਨੇ ਸਿਹਤ ਦਿੱਤੀ ਹੈ, ਹੁਣ 6 ਫੁੱਟ 4 ਇੰਚ। ਉਦੋਂ ਬੋਡੀ ਬੂਡੀ ਵੀ ਠੀਕ ਠਾਕ ਸੀਗੀ। ਕਹਿੰਦੇ ਯਾਰ ਤੂੰ ਮਾਡਲ ਬਣ ਜਾ। ਮੈਂ ਕਿਹਾ ਦੇਖ ਲੈਂਦੇ ਹਾਂ। ਹੁਣ ਉਹ ਸਿੰਘਾਂ ਨੂੰ ਕੀ ਹੈ, ਜਿੱਥੇ ਕੋਈ ਐਡਵੈਂਚਰ ਲੱਭਿਆ ਅਸੀਂ ਤਾਂ ਜਾ ਵੜਦੇ ਹਾਂ। ਸੋ ਆਈ ਸਟਾਰਟਡ ਵਿਦ ਮਾਡਲਿੰਗ, ਫਿਰ ਰੇਡੀਓ, ਫਿਰ ਟੈਲੀਵਿਜ਼ਨ ਸ਼ੁਰੂ ਹੋਇਆ। ਦੈਟਸ ਹਾਊ ਇਟ ਸਟਾਰਟਡ। ਅਤੇ ਕਿਤੇ ਨਾ ਕਿਤੇ
ਅਕਾਲ ਪੁਰਖ ਨੇ ਲਿਖ ਕੇ ਭੇਜਿਆ ਸੀ ਕਿ ਛੋਟੂ ਤੂੰ ਜਾਏਗਾ ਨਾ, ਤੂੰ ਜਾ ਕੇ ਐਂਟਰਟੇਨਮੈਂਟ ਕਰੇਗਾ, ਤੇਰੇ ਲਈ ਕੋਈ ਵੀ ਚੀਜ਼ ਸੀਰੀਅਸ ਨਹੀਂ ਹੋਣੀ ਚਾਹੀਦੀ, ਭਾਵੇਂ ਜਿੰਨੀ ਮਰਜ਼ੀ ਸੀਰੀਅਸ ਹੋਵੇ। ਮੇ ਬੀ ਦੈਟਸ ਦ ਰੀਜ਼ਨ। ਜੇ ਗੱਲ ਕੀਤੀ ਜਾਵੇ, ਲਗਭਗ 3 ਦਸ਼ਕ ਹੋ ਗਏ ਨੇ ਤੁਸੀਂ ਲੋਕਾਂ ਦਾ ਮਨੋਰੰਜਨ ਕਰ ਰਹੇ ਹੋ। ਇਸ ਮਨੋਰੰਜਨ ਦੇ ਪਿੱਛੇ ਕੋਈ ਦਰਦ ਵੀ ਹੈ ਜਾਂ ਸਿਰਫ ਮਨੋਰੰਜਨ ਹੀ ਮਨੋਰੰਜਨ ਹੈ? ਦੇਖੋ, ਬਚਪਨ ਮੇਰਾ ਇੰਨਾ ਕੋਈ ਖਾਸ ਹੈਪੀ ਨਹੀਂ ਗੁਜ਼ਰਿਆ, ਕਿਉਂਕਿ ਮੇਰੀ ਲੱਤ ਖਰਾਬ ਹੁੰਦੀ ਸੀ ਉਦੋਂ, ਅਤੇ ਟੈਕਨੀਕਲੀ ਆਈ ਵਾਜ਼ ਅ ਹੈਂਡੀਕੈਪਡ, ਅਤੇ ਮੇਰੀ ਜਿਹੜੀ ਲੈਫਟ ਲੱਤ ਹੈ ਨਾ ਜੀ, ਇਹਦੀ ਹਿਪ ਬੋਨ ਨਹੀਂ ਹੈ, ਅਤੇ ਇਸ ਕਰਕੇ ਉਹ ਕੈਲੀਪਰਸ ਲੱਗਦੇ ਨੇ। ਅਤੇ ਉਹ ਬਚਪਨ ਐਸਾ ਗਿਆ ਕਿ ਮੈਂ ਨਾ ਸਕੂਲ ਦਾ ਪੰਚਿੰਗ ਬੈਗ ਸੀਗਾ, ਅਤੇ ਹੁਣ ਭੱਜ ਤੁਸੀਂ ਸਕਦੇ ਨਹੀਂ। ਹੁਣ ਸਕੂਲ ਦੇ ਬਦਮਾਸ਼ ਆਉਂਦੇ ਨੇ, ਉਹ ਕੁੱਟ ਕੇ ਤਾਂ ਹੋਰ ਆ ਕੇ ਖਾ ਕੇ ਆਉਂਦੇ ਨੇ, ਆ ਕੇ ਤੁਹਾਡੇ ਉੱਤੇ ਪੈ ਜਾਂਦੇ ਨੇ, ਬਿਕੋਜ਼ ਹੁਣ ਫਰਸਟ੍ਰੇਸ਼ਨ ਤਾਂ ਕਿਤੇ ਲਾਉਣੀ ਹੈ। ਔਰ ਵੈਨ ਯੂ ਇਟ ਕੇਮ ਟੂ ਸਪੋਰਟਸ ਯੂ ਕੁਡਨਟ ਪਲੇ ਬਿਕੋਜ਼ ਤੁਸੀਂ ਦੌੜ ਭੱਜ ਨਹੀਂ ਸਕਦੇ। ਬਟ ਫਿਰ ਉਹ ਜਦੋਂ ਠੀਕ ਹੋਇਆ ਅਤੇ ਉਸ ਤੋਂ ਬਾਅਦ ਫਿਰ ਰਹਿ ਰੱਬ ਦਾ ਨਾਂ। ਬਟ ਯੈਸ, ਦੇਰ ਇਜ਼ ਆਲਵੇਜ਼ ਸਮਥਿੰਗ ਸੀਰੀਅਸ ਬਿਹਾਈਂਡ ਹੈਪੀਨੈਸ। ਜੇ ਗੱਲ ਕੀਤੀ ਜਾਵੇ ਐਂਕਰਿੰਗ ਤੋਂ ਬਾਅਦ, ਜੀ, ਜੋ ਬਾਤ ਨੂੰ ਜਦੋਂ ਮੈਦਾਨ ਦੇ ਵਿੱਚ ਖਾਸ ਕਰਕੇ ਮੋਹਾਲੀ 'ਚ ਦੇਖਿਆ ਇੱਕ ਵਾਰੀ ਚੰਨਾ ਹੋਰ, ਉਹ ਕਿਸ ਤਰ੍ਹਾਂ ਦਾ ਸਫ਼ਰ ਰਿਹਾ ਤੁਹਾਡਾ? ਦੇਖੋ, ਕ੍ਰਿਕਟ ਸਾਡੇ ਇੰਡੀਅਨਸ ਦਾ ਇੱਕ ਬੜਾ ਧਰਮ ਹੈ। ਆਈ ਥਿੰਕ ਅਸੀਂ ਮੰਦਰ ਬਾਅਦ 'ਚ ਜਾਂਦੇ ਹਾਂ ਜਾਂ ਗੁਰਦੁਆਰੇ ਜਾਂ ਮਸੀਤਾਂ, ਜਿੱਥੇ ਵੀ ਆਪਾਂ ਜਾਂਦੇ ਉੱਥੇ ਆਪਾਂ ਅਵੋਇਡ ਕਰਾਂਗੇ ਜਿੱਦਣ ਮੈਚ ਹੋਏਗਾ ਵੀ ਯਾਰ ਮੈਚ ਦੇਖੀਏ ਜਾ ਕੇ, ਕਿਉਂਕਿ ਸਾਡਾ ਧਰਮ ਉਹ ਹੈ ਔਰ ਅਸੀਂ ਆਪਣੀ ਇੰਡੀਅਨ ਟੀਮ ਨੂੰ ਜਾਂ ਕ੍ਰਿਕਟਰਸ ਨੂੰ ਦੇਖਣਾ ਬਹੁਤ ਪਸੰਦ ਕਰਦੇ। ਔਰ ਫਿਰ ਹੋਇਆ IPL ਆਈ ਥਿੰਕ ਇਜ਼ ਅ ਬੈਸਟ ਫਾਰਮ ਆਫ ਕ੍ਰਿਕਟ ਐਂਡ ਐਂਟਰਟੇਨਮੈਂਟ। ਨਾਓ ਵੈਨ ਯੂ ਪੁੱਟ ਇਟ ਟੂਗੈਦਰ, ਇਹ ਦੁਨੀਆ ਦੀ ਇਸ ਟਾਈਮ 'ਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਲੀਗ ਹੈ। ਔਰ ਜਦੋਂ ਤੁਸੀਂ ਇਹਦਾ ਹਿੱਸਾ ਬਣਦੇ ਹੋ, ਗੋਡ ਇਜ਼ ਕਾਈਂਡ। ਔਰ ਜਦੋਂ ਤੁਸੀਂ ਕਿੰਗਸ 11 ਪੰਜਾਬ ਦਾ ਹਿੱਸਾ ਬਣਦੇ ਹੋ ਨਾ, ਇਟ ਇਜ਼ ਈਵਨ ਬੈਟਰ। ਔਰ ਪੰਜਾਬੀ ਇੱਕ ਪੰਜਾਬੀ ਨੂੰ ਰਿਸਪੌਂਡ ਕਰਦਾ, ਭਾਵੇਂ ਜਾਣਦਾ ਨਾ ਵੀ ਹੋਵੇ। ਇਹ ਸਾਡਾ ਇੱਕ DNA ਹੈ। ਅਤੇ ਹੁਣ ਵੀ ਇਹ ਹੁੰਦਾ ਵੀ ਈਵਨ ਆਫ ਸੀਜ਼ਨ ਜੇ IPL ਨਹੀਂ ਹੋ ਰਿਹਾ, ਕੋਈ ਪਛਾਣ ਲਵੇ, ਉਹ ਕਿੱਦਾਂ ਮੋਹਾਲੀ। ਸੋ ਇਮੈਜਨ ਵੀ ਤੁਸੀਂ ਉੱਥੇ ਖੜੇ ਹੋ, ਹੁਣ ਸਟੇਡੀਅਮ 'ਚ ਲੋਕੀ ਹੈ ਔਰ ਤੁਹਾਡੇ ਕੋਲ ਮਾਈਕ ਹੋਵੇ ਔਰ ਤੁਸੀਂ ਉਹ ਕਿੱਦਾਂ ਮੋਹਾਲੀ, ਔਰ ਉਹ ਜਦੋਂ ਲੋਕੀ ਉਹ ਗੱਜ ਵੱਜ ਕੇ ਤੁਹਾਡਾ ਜਵਾਬ ਦਿੰਦੇ ਨੇ, ਦੈਟਸ ਗੁੱਡ ਫਨ। ਇੱਕ ਵਾਰੀ ਹੋਰ ਚੰਨਾ ਯਾਰ, ਦੈਟਸ ਵੀ ਜਦੋਂ ਪੰਜਾਬ ਦਾ ਕੋਈ ਪਲੇਅਰ ਸ਼ਾਟ ਮਾਰਦਾ ਕਿ ਚੌਕਾ ਛੱਕਾ ਜਾਂਦਾ ਹੈ, ਜਦੋਂ ਪੂਰਾ ਸਟੇਡੀਅਮ ਨਾਲ ਰੌਲਾ ਪਾ ਰਿਹਾ, ਇੱਕ ਵਾਰੀ ਹੋਰ ਚੰਨਾ, ਇੱਕ ਵਾਰੀ ਹੋਰ, ਦੈਟਸ ਅ ਫੀਲਿੰਗ। ਯੈਸ, ਜਦੋਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ, ਮੈਂ ਪਿਛਲੇ 1 ਘੰਟੇ ਤੋਂ ਲਗਾਤਾਰ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਹੱਸਦਾ ਚਿਹਰਾ ਹੈ, ਮੋਟੀਵੇਸ਼ਨਲ ਹੈ। ਤੁਸੀਂ ਯੂਥ ਨੂੰ ਮੋਟੀਵੇਟ ਕਰਨ ਲਈ ਕੁਝ ਕਹਿਣਾ ਚਾਹੋਗੇ? ਬਹੁਤ ਸਾਰੇ ਬੱਚੇ ਵਿਦੇਸ਼ ਜਾ ਰਹੇ ਨੇ। ਜੀ ਬਿਲਕੁਲ। ਪਹਿਲੀ ਗੱਲ ਤਾਂ ਇਹ ਜਿੰਨਾ ਕੁ ਵੀ ਤੁਸੀਂ ਕੂਲ ਹਿਸਾਬ ਕਿਤਾਬ ਸਿੱਖਿਆ ਹੈ, ਇਹ ਸਾਰਾ ਇਹਨਾਂ ਨੇ ਪੰਜਾਬ 'ਚ ਹੀ ਸਿੱਖਿਆ ਨਾ। ਹੁਣ ਇਹ ਜੇ ਉਰੇ ਹੀ ਉਹਦਾ ਅਮਲ ਕਰਨਗੇ, ਕਿਉਂ ਤੁਹਾਨੂੰ ਨਹੀਂ ਲੱਗਦਾ ਵੀ ਉਹ ਜ਼ਿਆਦਾ ਵਧੀਆ ਰਹੇਗਾ? ਮੈਂ ਆਈ ਐਮ ਸੌਰੀ ਟੂ ਸੇ ਦਿਸ, ਮੈਂ NRI ਜਿੰਨੇ ਵੀ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ, ਡੋਂਟ ਗੈਟ ਮੀ ਰੋਂਗ। ਉਹ ਇਸ ਕਰਕੇ ਕਿ ਮੇਰੀ ਵਾਈਫ ਅਤੇ ਮੇਰੀਆਂ 2 ਬੱਚੀਆਂ ਉਹ ਵੀ ਅਮੈਰੀਕਨ ਸਿਟੀਜ਼ਨਸ ਨੇ, ਬਟ ਮੈਂ ਇੱਕ ਪੰਜਾਬੀ ਹਾਂ, ਮੇਰਾ ਪਾਸਪੋਰਟ ਵੀ ਹਾਲੇ ਤੱਕ ਇੰਡੀਅਨ ਹੈ। ਮੇਰੇ ਨਾਲ ਦੇ ਬਹੁਤ ਸਾਰੇ ਐਸੇ ਲੋਕ ਨੇ, ਕਈ ਐਸੇ ਐਕਟਰਸ ਨੇ, ਤੁਹਾਨੂੰ ਪਤਾ ਹੀ ਹੈ, ਜਿਹੜੇ ਕਿ ਕੈਨੇਡੀਅਨ ਸਿਟੀਜ਼ਨਸ ਨੇ ਜਾਂ ਅਮੈਰੀਕਨ ਸਿਟੀਜ਼ਨ ਨੇ। ਕਿਉਂ ਪੰਜਾਬ ਦੇ ਵਿੱਚ ਕੀ ਮਤਲਬ ਤੁਸੀਂ ਪੰਜਾਬੀ ਨਹੀਂ ਗਏ? ਉਹੀ ਫਿਲਮਾਂ ਤੁਸੀਂ ਉਰੇ ਆ ਕੇ ਕਰਨੀਆਂ ਨੇ, ਉਰੇ ਹੀ ਆ ਕੇ ਕਰਨੀਆਂ ਨੇ, ਠੀਕ ਹੈ ਜੀ। ਉਰੇ ਹੀ ਉਹ ਉਦੋਂ ਡਾਲਰ ਨਹੀਂ ਹੁੰਦੇ, ਉਦੋਂ ਰੁਪਈਏ ਹੀ ਹੁੰਦੇ ਨੇ। ਪਰ ਉੱਥੇ ਕੀ ਕਰਦੇ ਨੇ, ਮੈਨੂੰ ਸਮਝ ਨਹੀਂ ਆਈ। ਆਈ ਵੈਂਟ ਫॉर ਅ ਟ੍ਰਿਪ, 1 ਮਹੀਨੇ ਦਾ ਸ਼ੂਟ ਸੀਗਾ ਆਲ ਓਵਰ ਯੂਰਪ। ਇਹ ਮੈਂ ਦੱਸਣਾ ਚਾਹੂੰਗਾ, ਪਲੀਜ਼ ਬੇਅਰ ਵਿਦ ਮੀ 2 ਮਿੰਟਸ। ਜਿਹੜੇ ਵੀ ਮੈਨੂੰ ਮੇਰੇ ਪੰਜਾਬੀ ਫੈਨਸ ਮਿਲੇ, ਉਹਨਾਂ ਨੇ ਹੀ ਦੱਸਿਆ, ਭਾਜੀ ਤੁਹਾਨੂੰ ਪਤਾ ਹੈ ਅਸੀਂ ਉਰੇ ਕਿਵੇਂ ਪਹੁੰਚੇ? ਮੈਂ ਕਿਹਾ ਕਿਵੇਂ ਪਹੁੰਚੇ? ਅਸੀਂ ਨਾ ਬਾਰਡਰ 'ਤੇ 4 ਦਿਨ ਲਾਏ, ਅਸੀਂ ਨਾ ਫਲਾਣੇ ਕੰਟੇਨਰ 'ਚ ਬੰਦ ਹੋ ਕੇ ਆਏ, ਅਸੀਂ ਨਾ ਇੰਨੇ ਦਿਨ ਰੋਟੀ ਨਹੀਂ ਖਾਧੀ, ਅਸੀਂ ਨਾ ਇੰਨੇ ਦਿਨ ਉੱਥੇ ਕੰਮ ਕੀਤਾ, ਅਸੀਂ ਫਲਾਣੇ ਰੈਸਟੋਰੈਂਟ 'ਚ, ਅਸੀਂ ਭਾਂਡੇ ਮਾਂਜੇ। ਮੈਂ ਉਹਨਾਂ ਨੂੰ ਰੱਬ ਦਿਓ ਬੰਦਿਓ, ਪੰਜਾਬ 'ਚ ਤੁਸੀਂ ਹੱਥ ਨਹੀਂ ਚੱਕਦੇ। ਵਿਚਾਰੀ ਬਜ਼ੁਰਗ ਮਾਂ ਬੈਠੀ ਦਾ, ਮਾਤਾ ਪਾਣੀ ਲਿਆ ਦੇ, ਇੱਥੇ ਤੋਂ ਹੱਥ ਨਹੀਂ ਚੱਕਿਆ ਜਾਂਦਾ। ਉੱਥੇ ਜਾ ਕੇ ਜਿਹੜਾ ਤੁਸੀਂ ਚੰਨ ਚਾੜਦੇ ਹੋ, ਜੋ ਉਰੇ ਕਰੋਗੇ, ਅਤੇ ਉੱਥੇ ਮਿੰਨੀ ਪੰਜਾਬ ਬਣਾਉਣ ਨਾਲੋਂ ਅਸੀਂ ਉਰੇ ਅਮਰੀਕਾ, ਕੈਨੇਡਾ, ਯੂਰਪ ਅਸੀਂ ਉਰੇ ਨਾ ਬਣਾ ਲਈਏ। ਬਹਾਨਾ ਇਹੀ ਹੈ ਜੀ, ਸਾਡੇ ਕੋਲ ਕੰਮ ਹੈ ਨਹੀਂ। ਉਹ ਕੰਮ ਤਾਂ ਲੱਭਣ ਤੋਂ ਮਿਲੂਗਾ, ਹੁਣ ਕੰਮ ਥੋੜ੍ਹਾ ਨਾ ਤੁਹਾਡੇ ਕੋਲ ਤੁਰ ਕੇ ਆਊਗਾ। ਆਈ ਐਮ ਸੌਰੀ ਟੂ ਸੇ ਦਿਸ। ਇਹ ਜਿੰਨਾ ਵੀ
ਅੱਜ ਮੈਂ ਕਹਿਣਾ ਚਾਹੁੰਦਾ, ਸੀਕ ਐਂਡ ਯੂ ਸ਼ੈਲ ਫਾਈਂਡ, ਦੇਰ ਇਜ਼ ਅਨਫ ਵਰਕ ਹੀਅਰ। ਕਿਉਂ? ਉਹ ਖੇਤ ਤੇ ਤੁਹਾਡੇ ਤੋਂ ਕੰਮ ਨਹੀਂ ਹੁੰਦਾ। ਉੱਦਾਂ ਜੱਟ ਤਾਂ ਟਰੈਕਟਰ ਤੇ ਗੂਚੀ ਅਰਮਾਨੀ ਪਾ ਕੇ, ਇਹ ਗਾਣੇ 'ਚ ਹੀ ਰਹਿ ਗਿਆ ਹੈ। ਅਸੀਂ ਹੁਣ ਉਹ ਵੀਡੀਓ ਵਾਲੇ ਪੰਜਾਬੀ ਰਹਿ ਗਏ ਹੈ। ਆਈ ਐਮ ਸੌਰੀ, ਸਾਡੀ ਉਹ ਪੰਜਾਬੀਆਂ ਵਾਲੀ ਔਕਾਤ ਤੇ ਸਵੈਗ ਨਹੀਂ ਰਹਿ ਗਿਆ। ਉਹ ਇਸ ਕਰਕੇ ਅਸੀਂ ਜਾਂਦੇ ਹੀ ਨਹੀਂ, ਸਾਨੂੰ ਪਤਾ ਹੀ ਨਹੀਂ ਹੈ। ਜਦ ਤੱਕ ਤੁਸੀਂ ਖੱਡਾ ਖੋਦ ਕੇ ਬੀਜ ਨਹੀਂ ਲਾਓਗੇ, ਐਂ ਥੋੜ੍ਹਾ ਨਾ ਹੋ ਜਾਊਗਾ ਹਾਂ ਯਾਰ ਸਰਕਾਰ ਸਾਨੂੰ ਇਮਦਾਦ ਨਹੀਂ ਦਿੰਦੀ ਇਸ ਕਰਕੇ ਨਾ ਸਾਡੇ ਅੰਬ ਨਹੀਂ ਹੋਏ। ਉਹ ਵੀ ਲਾਉਣੇ ਤਾਂ ਤੁਸੀਂ ਐ ਉਹ ਦਰਖਤ। ਉਦੋਂ ਤੁਸੀਂ ਵੀਜ਼ਾ ਲੈਣ ਭੱਜ ਜਾਂਦੇ ਹੋ ਵੀ ਜੀ ਫਲਾਣਾ ਕੈਨੇਡਾ ਅਮਰੀਕਾ। ਆਈ ਐਮ ਸੌਰੀ, ਜਿੰਨੇ ਵੀ ਭੱਜੇ ਜਾ ਰਹੇ ਨੇ ਨਾ ਕਿ ਉਹ ਨਹੀਂ ਵਸਦਾ ਰਹੇ ਪੰਜਾਬ, ਦਿਸ ਪੰਜਾਬ ਇਜ਼ ਗੋਇੰਗ ਟੂ ਬੀ ਦੀ ਓਲਡੈਸਟ ਸਟੇਟ। ਹੋਰ ਅਗਲੇ 2-4-5 ਸਾਲਾਂ ਨੂੰ ਉਰੇ 50 ਤੋਂ ਉੱਤੇ ਦੇ ਸਿਟੀਜ਼ਨ ਰਹਿ ਜਾਣਗੇ ਜਾਂ ਦੂਜੀਆਂ ਸਟੇਟਾਂ ਦੇ ਆ ਜਾਣਗੇ। ਫਿਰ ਉਰੇ ਇਹ ਇੱਕ ਐਸਾ ਅਜਾਇਬ ਘਰ ਬਣ ਜਾਏਗਾ ਜਿੱਥੇ ਅਸੀਂ ਆਪਣੀ ਸੈਕਿੰਡ ਜਾਂ ਫੋਰਥ ਜਨਰੇਸ਼ਨ ਬੱਸਦੇ ਹੋਏ ਬਾਹਰਲੇ ਪੰਜਾਬੀ ਜਿਨ੍ਹਾਂ ਨੇ ਬਹੁਤ ਸਾਰੇ ਡਾਲਰ ਕਮਾਏ ਨੇ ਉੱਥੇ ਧੱਕੇ ਖਾ ਖਾ ਕੇ, ਉਹ ਉਰੇ ਆ ਕੇ ਦੇਖੇ ਬੇਟਾ ਇੱਥੇ ਨਾ ਸਾਡਾ ਪਿੰਡ ਹੁੰਦਾ ਸੀਗਾ। ਇਹ ਹੋ ਜਾਊਗਾ ਹੁਣ। ਜੇ ਗੱਲ ਕੀਤੀ ਜਾਵੇ ਜੋ ਬਹਾਰ ਜੀ ਅਗਲੇ ਭਵਿੱਖ ਦੀਆਂ, ਸੌਰੀ ਮੈਂ ਜ਼ਿਆਦਾ ਇਮੋਸ਼ਨਲ ਤਾਂ ਨਹੀਂ। ਨਹੀਂ ਬਿਲਕੁਲ ਨਹੀਂ, ਬਿਲਕੁਲ ਦੇਖੋ ਇਮੋਸ਼ਨਲ ਅਬਾਊਟ ਪੰਜਾਬ। ਆਈ ਐਮ ਸੌਰੀ, ਮੈਂ ਬਹੁਤ ਇਮੋਸ਼ਨਲ ਹਾਂ ਪੰਜਾਬ ਵਾਸਤੇ। ਇਹਨਾਂ ਨੂੰ ਬੁਰਾ ਲੱਗਦਾ, ਰੱਬ ਕਰੇ ਲੱਗੇ ਯਾਰ, ਬਾਪ ਸਾਹ ਉਰੇ ਕੁਛ ਕਰੋ, ਚੰਨ ਚੜਾਓ, ਇਹ ਪੰਜਾਬ ਹੈ। ਉੱਦਾਂ ਗਾਣੇ ਤਾਂ ਬੜਾ ਅਸੀਂ ਭੰਗੜੇ ਪਾਉਣੇ, ਉਹ ਵਸਦਾ ਰਹੇ ਸਾਡਾ ਪੰਜਾਬ। ਧੱਕੇ ਅਸੀਂ ਬਾਹਰ ਖਾ ਰਹੇ ਹਾਂ। ਜੇ ਗੱਲ ਕੀਤੀ ਜਾਵੇ ਤੁਹਾਡੇ ਭਵਿੱਖ ਦੀਆਂ ਕੀ ਪਲੈਨਿੰਗ ਹੈ? ਵੈਸੇ ਤਾਂ ਚਲੋ ਬੜਾ ਵਧੀਆ ਚੱਲਦਾ ਜਾ ਰਿਹਾ, 3 ਦਸ਼ਕ ਤੋਂ ਚੱਲਦੇ ਆ ਰਹੇ, ਅੱਗੋਂ ਦੀ ਕੀ ਪਲੈਨਿੰਗ ਹੈਗੀ ਹੈ? ਓਕੇ, ਰੱਬ ਦੀ ਮਿਹਰ ਰਹੀ ਹੈ ਕਿ ਆਈ ਵਾਜ਼ ਪਾਰਟ ਆਫ ਅ ਰਿਐਲਿਟੀ ਸ਼ੋਅ ਕਾਲਡ ਮਾਸਟਰ ਸ਼ੈਫ ਇੰਡੀਆ। ਸੀਜ਼ਨ 1 ਸੀਗਾ, ਅਕਸ਼ੇ ਕੁਮਾਰ ਜੀ ਨੇ 2010 'ਚ ਉਹਨੂੰ ਹੋਸਟ ਕੀਤਾ ਸੀਗਾ। ਅਤੇ ਅਸੀਂ ਰਿੜਦੇ ਕਹਿੰਦੇ ਚੌਥੇ ਕੁ ਨੰਬਰ 'ਤੇ ਆ ਗਏ ਅਤੇ ਸਾਨੂੰ ਸਮਝ ਆਏ ਕਿ ਉਹ ਸਿੰਘਾ ਤੈਨੂੰ ਤਾਂ ਰੋਟੀ ਵੀ ਬਣਾਉਣੀ ਆਉਂਦੀ ਹੈ। ਸੋ ਮੇਰਾ ਪਲਾਨ ਇਹ ਹੈ ਵੀ ਮੈਂ ਚਾਹੂੰਗਾ ਵੀ ਆਪਣੇ ਪੰਜਾਬੀ ਖਾਣੇ 'ਤੇ ਰਿਸਰਚ ਕਰਕੇ ਐਕਚੁਅਲ ਪੰਜਾਬੀ ਖਾਣਾ ਕੱਢਾਂ। ਇਹ ਮੇਰਾ ਸਾਰੇ ਪੰਜਾਬੀਆਂ ਨੂੰ ਸਵਾਲ ਹੈ ਵੀ 400 ਸਾਲ ਪਹਿਲਾਂ ਪੁਰਤਗਾਲੀ ਟਮਾਟਰ ਕੀ ਲੈ ਆਏ, ਬਟਰ ਚਿਕਨ ਸਾਡੀ ਨੈਸ਼ਨਲ ਡਿਸ਼ ਹੋ ਗਿਆ ਯਾਰ। ਉਹ ਹਾਰੇ ਵਾਲੀਆਂ ਦਾਲਾਂ, ਉਹ ਰੌਂ ਦੀ ਖੀਰ, ਉਹ ਕਿੱਥੇ ਹੈ? ਉਹ ਮੈਂ ਉਹ ਪੁੱਛਣਾ ਚਾਹੁੰਦਾ ਇਹਨਾਂ ਨੂੰ। ਅਸੀਂ ਜੀ ਪੀਜ਼ੇ ਖਾਂਦੇ ਹਾਂ, ਇਹ ਮਾਡਰਨ ਪੰਜਾਬੀ। ਬਟ ਐਨੀਵੇਜ਼ ਸੌਰੀ, ਨੋ ਡਿਸਰਿਸਪੈਕਟ, ਖਾਣਾ ਸਾਰਾ ਵਧੀਆ ਹੁੰਦਾ, ਬਟ ਮੈਂ ਪੰਜਾਬੀ ਖਾਣੇ 'ਤੇ ਜਿਹੜਾ ਟ੍ਰੈਡੀਸ਼ਨਲ ਹੈ, ਲਹਿੰਦਾ ਪੰਜਾਬ, ਚੜ੍ਹਦਾ ਪੰਜਾਬ, ਡਜ਼ਨਟ ਮੈਟਰ, ਪੰਜਾਬੀ ਖਾਣਾ ਉਹ ਕਾਬੁਲ ਕੰਧਾਰ ਤੋਂ ਲੈ ਕੇ ਦਿੱਲੀ ਤੋਂ ਲੈ ਕੇ ਉਹ ਥੱਲੇ ਲਖਨਊ ਤੱਕ ਜਾਂਦਾ ਹੈ। ਉਹ ਸਾਰਾ ਖਾਣਾ ਮੈਂ ਰੀਡਿਸਕਵਰ ਕਰਕੇ ਵਾਪਸ ਲੈ ਕੇ ਆਉਣਾ ਚਾਹੂੰਗਾ। ਇੱਕ ਦੂਜਾ, ਐਗਰੀ ਬੇਸਡ ਕੋਈ ਬਿਜ਼ਨਸ ਮੈਂ ਸ਼ੁਰੂ ਕਰਨਾ ਚਾਹੁੰਦਾ। ਯੈਸ, ਹੁਣੇ ਲੇਟੈਸਟ ਥੈਂਕਸ ਟੂ ਸਮ ਪੀਪਲ ਮੈਂ ਪੰਜਾਬ ਦੇ ਵਿੱਚ ਪੋਸੀਬਿਲਿਟੀ ਦੇਖ ਰਿਹਾ ਫਿਸ਼ ਫਾਰਮਿੰਗ ਦੀ ਜਾਂ ਇੱਦਾਂ ਦੀ ਕੋਈ ਅਨਕਨਵੈਨਸ਼ਨਲ ਸੋਰਸਿਸ ਦੀ। ਕਿਉਂਕਿ ਅਸੀਂ ਪੰਜਾਬੀ ਹੋਣ ਵਾਸਤੇ, ਮੈਂ ਫਿਰ ਕਹਿੰਦਾ, ਜੇ ਇਹਨਾਂ ਨੂੰ ਬੁਰਾ ਲੱਗਦਾ ਲੱਗੇ, ਝਾੜ ਤੁਹਾਨੂੰ ਚਾਹੀਦਾ ਹੈ DDT ਪਾ ਕੇ, ਮਾਰਨ ਵਾਲੀਆਂ ਦਵਾਈਆਂ ਪਾ ਕੇ ਤੁਸੀਂ ਆਪਦੀ ਸਾਰੀ ਜਨਰੇਸ਼ਨ ਖਰਾਬ ਕਰਤੀ ਯਾਰ। ਤੁਹਾਨੂੰ ਸ਼ਰਮ ਨਹੀਂ ਆਉਂਦੀ ਯਾਰ? ਮਤਲਬ ਫਿਰ ਕਹਿੰਦੇ ਜੀ ਉਹ ਪਤਾ ਕੀ ਹੈ, ਪੰਜਾਬ ਦਾ ਕਿਸਾਨ ਖੁਦਕੁਸ਼ੀ ਕਰ ਰਿਹਾ। ਆਈ ਐਮ ਸੌਰੀ, ਡਿਊ ਰਿਸਪੈਕਟ। ਦੇਖੋ ਪ੍ਰੋਬਲਮ ਹੈਗੀ ਹੈ, ਪ੍ਰੋਬਲਮ ਖੜੀ ਕਿਹਨੇ ਕੀਤੀ ਹੈ? ਸਰਕਾਰ ਕਹਿੰਦੀ ਹੈ, ਉਹ ਕਹਿੰਦੇ ਨੇ ਸਰਕਾਰ ਹੈ। ਮੈਂ ਕਹਿਣਾ ਚਾਹੁੰਦਾ ਦੋਨੇ ਰਿਸਪੌਂਸਿਬਲ ਨੇ। ਮੈਨੂੰ ਇੱਕ ਗੱਲ ਦੱਸੋ, ਕੋਈ ਪੰਜਾਬ ਦਾ ਐਸਾ ਫਾਰਮਿੰਗ ਦੇ ਨਾਂ 'ਤੇ ਕੋਈ ਇਲਾਕਾ ਛੱਡਿਆ ਜਿੱਥੇ ਕਿ ਪੈਸਟੀਸਾਈਡ ਨਾ ਪਾਇਆ ਹੋਵੇ ਇਹਨਾਂ ਨੇ? ਹਾਊ ਡੂ ਦੇ ਟਰਨ ਅਰਾਊਂਡ ਐਂਡ ਸੇ ਕਿ ਨਹੀਂ ਜੀ ਸਾਡਾ ਤਾਂ ਪੰਜਾਬ ਹੈ ਨਹੀਂ? ਮਾਰਿਆ ਤਾਂ ਤੁਸੀਂ ਆਪ ਹੈ। ਅਸੀਂ ਜੀ ਵੀ ਆਰ ਦਾ ਫੂਡ ਬੋਲ ਆਫ ਦਾ ਵਰਲਡ। ਚਲੋ ਇੰਡੀਆ ਦਾ ਹੈਗੇ ਹਾਂ, ਅਸੀਂ ਮੰਨਦੇ ਹਾਂ, ਅਸੀਂ ਸਾਡੀ ਬਰਕਤ ਹੈ, ਸਾਡੀ ਮਿਹਨਤ ਹੈ, ਲੈਂਡ ਹੋਲਡਿੰਗਸ ਛੋਟੀਆਂ ਹੁੰਦੀ ਜਾ ਰਹੀਆਂ, ਮੈਂ ਮੰਨਦਾ ਹੈ। ਪਰ ਉਸ ਝਾੜ ਪਿੱਛੇ ਜਿਹੜੀ ਤੁਸੀਂ ਆਪਣੇ ਫਿਊਚਰ ਮਾਰੇ ਨੇ, ਉਹ ਬੱਚੇ ਜਿਨ੍ਹਾਂ ਨੂੰ ਬਿਮਾਰੀਆਂ ਹੋ ਰਹੀਆਂ ਨੇ ਬਿਕੋਜ਼ ਉਹ ਤੁਹਾਡੇ ਪੈਸਟੀਸਾਈਡਸ ਕਰਕੇ ਹੈ। ਇੱਕ ਆਲੂ ਨਹੀਂ ਤੁਸੀਂ ਐਕਸਪੋਰਟ ਕਰ ਸਕਦੇ ਕਿਉਂਕਿ ਉਹਦੇ ਵਿੱਚ ਇੰਨਾ ਪੈਸਟੀਸਾਈਡ ਹੈ। ਕਾਹਦਾ ਬਹਾਨਾ ਹੈ ਤੁਹਾਨੂੰ ਯਾਰ? ਦੈਟਸ ਵਾਟ ਆਈ ਵਾਂਟ ਟੂ ਨੋ। ਔਰ ਜੇ ਸੋਚਦੇ ਨੇ ਮੈਂ ਸਿਰਫ ਗੱਲਾਂ ਕਰ ਰਿਹਾ, ਪਲੀਜ਼ ਮੈਨੂੰ ਮਿਲੋ, ਲੈਟਸ ਵਰਕ ਟੂਗੈਦਰ। ਪੰਜਾਬ ਬਹੁਤ ਖੁਸ਼ਹਾਲ ਸੀਗਾ, ਰਹੇਗਾ, ਬਟ ਉਹਦੇ ਵਾਸਤੇ ਉਰੇ ਰਹਿਣਾ ਪੈਣਾ ਹੈ ਤੁਹਾਨੂੰ ਸਾਰਿਆਂ ਨੂੰ। ਧੰਨਵਾਦ ਜੀ, ਬਹੁਤ ਵਧੀਆ ਲੱਗਿਆ ਤੁਸੀਂ ਜੋ ਕਿਹਾ, ਤੇ ਬਿਲਕੁਲ ਬਹੁਤ ਵਧੀਆ ਗੱਲਾਂ ਨੇ ਜਿਹੜੀਆਂ ਖਾਸ ਕਰਕੇ ਤੁਸੀਂ ਯੂਥ ਦੇ ਪੰਜਾਬੀਆਂ ਲਈ ਕਹੀਆਂ, ਤੇ ਉਹਨਾਂ ਨੂੰ ਵੀ ਇਸ 'ਤੇ ਅਮਲ ਕਰਨਾ ਚਾਹੀਦਾ। ਤੁਸੀਂ ਦੇਖਿਆ ਕਿ ਜੋ ਬਾਠ ਜਿਹੜੇ ਕਿ ਇੱਕ ਐਂਕਰਿੰਗ ਤੋਂ ਸਫ਼ਰ ਸ਼ੁਰੂ ਕੀਤਾ ਤੇ ਹੁਣ ਭਵਿੱਖ ਦੀਆਂ ਉਹਨਾਂ ਦੀਆਂ ਪਲੈਨਿੰਗਾਂ ਦੇ ਵਿੱਚ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ, ਪੰਜਾਬੀਅਤ ਦੀ ਗੱਲ ਕੀਤੀ, ਤੇ ਉਹ ਅਪੀਲ ਵੀ ਕਰਦੇ ਨੇ ਜੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਚਾਹੁੰਦਾ
ਚਾਹੁੰਦੇ ਹੋ ਤਾਂ ਤੁਸੀਂ ਇੱਥੇ ਪੰਜਾਬ 'ਚ ਆ ਕੇ ਰਹੋ ਤੇ ਪੰਜਾਬ ਦੀ ਗੱਲ ਕਰੋ। ਕੈਮਰਾਮੈਨ ਅਮਿਤ ਦੇ ਨਾਲ ਪਰਮਜੀਤ ਸਿੰਘ ਰੰਗਪੁਰੀ, ਵਾਇਸ ਆਫ ਪੰਜਾਬ, ਚੰਡੀਗੜ੍ਹ।